ਟਕਾ ਦੇ ਵਿੱਚ ਆ ਜਾਵੇ। ਜੇ ਜੀਵਨ ਸਫਲ ਤੇ ਸੁਹੇਲਾ ਬਣ ਜਾਵੇ ਤੇ ਜੀਵਨ ਬੈਕੁੰਠ ਹੈ। ਤਾਹਾਂ ਬੈਕੁੰਠ ਜਗ ਕੀਰਤਨ ਗਾਵੇ। ਬੈਕੁੰਠ ਉਹੀ ਹੈ ਜਿੱਥੇ ਜਿਸ ਜੀਵਨ ਦੇ ਅੰਦਰ ਅਕਾਲ ਪੁਰਖ ਦੀ ਸਿਫਤ ਸਲਾਹ ਹੁੰਦੀ ਹੋਵੇ। ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨ ਜਾਣਾ। ਮੈਲ ਅੰਦਰ ਹੈ ਤੀਰਥਾਂ ਦਾ ਇਸ਼ਨਾਨ ਬਾਹਰ ਹੈ। ਮਤਾ ਕੋਈ ਸੋਚੇ ਸਚਿਆਰ ਅਵਸਥਾ ਬੈਕੁੰਠ ਦੀ ਅਵਸਥਾ ਮਨ ਦੀ ਬਣ ਜਾਵੇਗੀ। ਲੋਕ ਪਤੀਲੇ ਕਛੂ ਨਾ ਹੋਵੇ ਨਾਹੀ ਰਾਮ ਕੀ ਆਣਾ। ਬਾਹਰ ਤੁਸੀਂ ਤੀਰਥਾਂ ਤੇ ਇਸ਼ਨਾਨ ਕਰਕੇ ਲੋਕਾਂ ਨੂੰ ਖੁਸ਼ ਕਰ ਸਕਦੇ। ਲੋਕ ਵਾਹ ਕਹਿ ਉੱਠਣਗੇ ਇਹ ਉਹ ਯਾਤਰਾ ਤੋਂ ਆਇਆ, ਇਹ ਹਿਮਕੁੰਟ ਦੀ ਯਾਤਰਾ ਤੋਂ, ਇਹ ਹਜੂਰ ਸਾਹਿਬ ਦੀ ਯਾਤਰਾ ਤੋਂ, ਇਹ ਸਭ ਤੀਰਥਾਂ ਤੇ ਇਸ਼ਨਾਨ ਕਰਕੇ ਆ ਗਿਆ ਹੈ। ਲੋਕ ਪਤੀਣੇ ਕਛੂ ਨਾ ਹੋਵੇ। ਲੋਕਾਂ ਦੇ ਖੁਸ਼ ਹੋਣ ਨਾਲ ਕੀ ਹੋਣਾ ਹੈ? ਉਹ ਤੇ ਪਹਿਲਾਂ ਹੀ ਅਗਿਆਨਤਾ ਦੇ ਵਿੱਚ ਫਸੇ ਹੋਏ ਨੇ। ਨਾਹੀ ਰਾਮ ਇਆਣਾ, ਕੋਈ ਰੱਬ ਇਆਣਾ ਨਹੀਂ ਹੈ, ਨਾ ਸਮਝ ਨਹੀਂ ਹੈ। ਲੋਕਾਂ ਦੀ ਵਾਹ ਵਾਹ ਤੇ ਰੱਬ ਵੀ ਨਾਲ ਹੋ ਜਾਵੇਗਾ। ਇਸ ਕਰਕੇ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਕੇਵਲ ਤੇ ਕੇਵਲ ਅਸੀਂ ਇੱਕ ਪਰਮਾਤਮਾ ਨੂੰ ਹੀ ਆਪਣੇ ਜੀਵਨ ਦਾ ਆਸਰਾ ਤੱਕੀਏ। ਕੇਵਲ ਤੇ ਕੇਵਲ ਇੱਕ ਪਰਮਾਤਮਾ ਤੇ ਇੱਕ ਗੁਰੂ ਗ੍ਰੰਥ ਸਾਹਿਬ ਉੱਤੇ ਵਿਸ਼ਵਾਸ ਰੱਖੀਏ ਜੋ ਸਾਨੂੰ ਦੇਵਾ ਚਾਨਣਾ ਦਿੰਦਾ ਹੈ। ਸਾਚਾ ਨਾਵਣ ਗੁਰ ਕੀ ਸੇਵਾ। ਦਰਅਸਲ ਜੋ ਸੱਚਾ ਅੰਦਰਲਾ ਇਸ਼ਨਾਨ ਹੈ ਉਹ ਤੇ ਗੁਰੂ ਦੀ ਦਸੀ ਸੇਵਾ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੇ ਕਰਨੀ ਸਾਰ। ਜੋ ਸੱਚਾ ਇਸ਼ਨਾਨ ਅੰਦਰਲਾ ਹੈ ਉਹ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਜੋ ਸਾਡੇ ਅੰਦਰ ਵਸ ਜਾਵੇ ਤੇ ਸਾਡਾ ਜੀਵਨ ਨਿਰਮਲ ਹੋ ਜਾਵੇ। ਵਰਨਾ ਜੇ ਅਸੀਂ ਇਹ ਸਮਝੀਏ ਅਸੀਂ ਅਨੇਕ ਥਾਵਾਂ ਦੇ ਸਰੋਵਰਾਂ ਦੇ ਵਿੱਚ ਇਸ਼ਨਾਨ ਕੀਤਾ ਤੇ ਹੁਣ ਜੀਵਨ ਦੀ ਗਤੀ ਹੋ ਜਾਵੇਗੀ। ਕਬੀਰ ਸਾਹਿਬ ਮਹਾਰਾਜ ਜੀ ਨੇ ਕੋਈ ਸਹਿਮਤੀ ਪ੍ਰਗਟ ਨਹੀਂ ਕੀਤੀ ਤੇ ਉਹਨਾਂ ਨੇ ਵਿਚਾਰ ਬੜੀ ਜ਼ੋਰਦਾਰ ਕੇ ਕਹਿੰਦੇ ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ। ਮੇਂਢਕ ਦਾ ਭਾਵ ਹੈ ਡੱਡੂ। ਨਿਤਾ ਪ੍ਰਤੀ ਹੀ ਡੱਡੂ ਇਸ਼ਨਾਨ ਕਰੀ ਜਾਂਦਾ ਰਹਿੰਦਾ ਹੀ ਪਾਣੀ ਦੇ ਵਿੱਚ ਹੈ। ਅਸੀਂ ਤੇ ਕਦੀ ਕਦੀ ਜਾਵਾਂਗੇ ਉਹ ਤੇ ਰਹਿੰਦਾ ਹੀ ਪਾਣੀ ਦੇ ਵਿੱਚ, ਹਰ ਵਕਤ ਹੀ ਪਾਣੀ ਦੇ ਵਿੱਚ ਹੈ। ਨਿਤ ਨਿਤ ਮੇਂਢਕ ਨਹਾਵੇ। ਜੈਸੇ ਮੇਂਢਕ ਜੇ ਉਹਦੀ ਗਤੀ ਨਹੀਂ ਹੋਈ ਤੈਸੇ ਉਹ ਨਰ, ਉਹ ਮਨੁੱਖ ਜਿਹੜੇ ਤੀਰਥਾਂ ਦੇ ਭਟਕਦੇ ਫਿਰਦੇ ਹਨ ਤੇ ਸੋਚਦੇ ਹੈ ਜੀਵਨ ਦੀ ਗਤੀ ਹੋ ਜਾਵੇ ਕਿ ਸਾਡੀ ਆਤਮਿਕ ਅਵਸਥਾ ਬੜੀ ਉੱਚੀ ਹੋ ਜਾਵੇਗੀ, ਸਾਡਾ ਇਖਲਾਕ ਚੰਗਾ ਹੋ ਜਾਵੇਗਾ। ਜੈਸੇ ਮੇਂਢਕ ਤੈਸੇ ਹੋਏ ਨਰ। ਫਿਰ ਜੂਨੀ ਆਵੇ ਮਾਨਸਿਕ ਤੌਰ ਤੇ ਬਾਰ ਮਨੁੱਖ ਜੂਨਾਂ ਦੇ ਵਿੱਚ ਫਸਦਾ ਹੀ ਰਹੇਗਾ। ਕਬੀਰ ਸਾਹਿਬ ਮਹਾਰਾਜ ਜੀ ਦੇ ਇੱਕ ਥਾਂ ਤੇ ਹੋਰ ਵੀ ਇਹ ਤੀਰਥਾਂ ਦੇ ਸੰਬੰਧ ਦੇ ਵਿੱਚ ਬਚਨ ਨੇ। ਲੋਕ ਕਹਿੰਦੇ ਹਨ ਗੰਗਾ ਤੇ ਇਸ਼ਨਾਨ ਕਰਨ ਦੇ ਨਾਲ ਸਾਰੇ ਪਾਪ ਮਨੁੱਖ ਦੇ ਮਿਟ ਜਾਂਦੇ ਹਨ। ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਕਬੀਰ ਗੰਗਾ ਤੀਰ ਜੇ ਘਰ ਕਰੇ ਪੀਵੇ ਨਿਰਮਲ ਨੀਰ। ਬਿਨ ਹਰ ਭਗਤ ਨ ਮੁਕਤ ਹੋਏ ਇਉਂ ਕਹਿ ਰਮੇ ਕਬੀਰ। ਜੇ ਗੰਗਾ ਦੇ ਕਿਨਾਰੇ ਕੋਈ ਘਰ ਆਪਣਾ ਬਣਾ ਲਵੇ
ਅੰਮ੍ਰਿਤਸਰ ਹੀ ਕੋਈ ਘਰ ਆਪਣਾ ਬਣਾ ਲਵੇ, ਹਜੂਰ ਸਾਹਿਬ ਹੀ ਰਹਿਣ ਵਾਲੇ ਜਾਂ ਹੇਮਕੁੰਟ ਹੀ ਕੋਈ ਆਪਣਾ ਘਰ ਬਣਾ ਲਵੇ। ਕਬੀਰ ਗੰਗਾ ਤੀਰ, ਤੀਰ ਦਾ ਭਾਵ ਹੈ ਕਿਨਾਰੇ ਤੇ, ਕਬੀਰ ਗੰਗਾ ਤੀਰ ਜੇ ਘਰ ਕਰੇ, ਪੀਵੇ ਨਿਰਮਲ ਨੀਰ, ਰੋਜ਼ ਗੰਗਾ ਜਲ ਛਕਿਆ ਕਰੇ ਰੋਜ਼। ਜਿਸ ਤਰ੍ਹਾਂ ਸਿੱਖ ਵੀ ਹਰ ਕੀ ਪੌੜੀ ਤੇ ਜਾ ਕੇ ਚੂੜਾ ਲੈਂਦੇ ਹਨ, ਉੱਥੇ ਹੀ ਹਰੀ ਰਹਿ ਗਿਆ ਬਸ। ਉਹਨਾਂ ਨੇ ਹਰਿਦੁਆਰ ਬਣਾਈ ਹਰ ਕੀ ਪੌੜੀ ਤੇ ਅਸੀਂ ਦਰਬਾਰ ਸਾਹਿਬ ਹਰ ਕੀ ਪੌੜੀ ਉੱਥੇ ਬਣਾ ਲਈ। ਫਰਕ ਹੀ ਸਾਡਾ ਕੀ ਰਿਹਾ ਉਹਨਾਂ ਤੇ ਸਾਡੇ ਅੰਦਰ। ਅਸੀਂ ਤੇ ਉਹਨਾਂ ਨੂੰ ਗੁਰੂ ਨਾਨਕ ਦੇ ਇਤਨੀ ਮਹਾਨ ਸਿੱਖਿਆ ਉਹ ਸੁਣਾਉਣੀ ਸੀ, ਪਰ ਅਸੀਂ ਉਹਨਾਂ ਤੋਂ ਸਿੱਖਿਆ ਲੈ ਲਈ ਜਿਹੜੀ ਸਾਡੇ ਜੀਵਨ ਦੇ ਅੰਦਰ ਕੋਈ ਕੰਮ ਦੀ ਨਹੀਂ ਹੈ। ਅਸੀਂ ਉਹਨਾਂ ਤੋਂ ਹੀ ਸਿੱਖਿਆ ਲੈ ਲਈ। ਅਸੀਂ ਉੱਥੇ ਹਰ ਕੀ ਪੌੜੀ ਬਣਾ ਲਈ ਤੇ ਭੀੜ ਲੱਗੀ ਇੱਥੋਂ ਹਰ ਕੀ ਪੌੜੀ ਤੋਂ ਚੂੜਾ ਲੈਣਾ। ਇੱਥੇ ਹਰੀ ਵਸਦਾ ਹੈ, ਇਸ ਪੌੜੀ ਤੇ ਹਰੀ ਦਾ ਘਰ ਹੈ, ਹੋਰ ਕਿਤੇ ਨਹੀਂ ਹੈ। ਗੁਰਬਾਣੀ ਦੇ ਅੰਦਰ ਤੇ ਇਹ ਸਤਿਗੁਰੂ ਨੇ ਆਖਿਆ ਉਹ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ, ਹਰ ਥਾਂ ਤੇ। ਫਿਰ ਹਰ ਕੀ ਪੌੜੀ ਦੀ ਭੇਡਾ ਚਾਲ ਅਸੀਂ ਆਪਣੇ ਆਪ ਸ਼ੁਰੂ ਕਰ ਲਈ ਹੈ। ਗੋਇੰਦਵਾਲ ਸਾਹਿਬ ਅਸੀਂ 84 ਪੌੜੀਆਂ ਤੇ ਬੈਠ ਕੇ ਇਸ਼ਨਾਨ ਕਰਕੇ ਪਾਠ ਪੜ੍ਹ ਕੇ ਸੋਚਿਆ 84 ਕੱਟੀ ਜਾਵੇਗੀ। ਸਾਰੇ ਸਮਗਲਰ ਉੱਥੇ ਬੈਠ ਕੇ ਪਾਠ ਪੜ੍ਹ ਲੈਣ, ਜਿੰਨੇ ਬਲਾਤਕਾਰੀ ਹਨ ਕਿ ਸਭ ਦੀ ਗਤੀ ਹੋ ਜਾਵੇਗੀ, ਉੱਚੇ ਹੋ ਜਾਣਗੇ। ਇਹ ਸਾਡੇ ਅੰਦਰ ਘੋਰ ਮਨਮਤ ਆ ਗਈ ਹੈ, ਜਿਸ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਅਨਕਾਰ ਕੀਤਾ ਹੈ। ਜਲ ਕੇ ਮੱਜਨ ਜੇ ਗਤ ਹੋਵੇ, ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਕਬੀਰ ਗੰਗਾ ਤੀਰ ਜੇ ਘਰ ਕਰੇ, ਜੇ ਗੰਗਾ ਦੇ ਕਿਨਾਰੇ ਹੀ ਘਰ ਬਣਾ ਲਿਆ ਤੇ ਪੀਵੇ ਨਿਰਮਲ ਨੀਰ, ਰੋਜ਼ ਗੰਗਾ ਜਲ ਛਕੇ, ਰੋਜ਼ ਛਕੇ। ਬਿਨ ਹਰ ਭਗਤ ਨਾ ਮੁਕਤ ਹੋਏ, ਪ੍ਰਭੂ ਦੀ ਭਗਤੀ ਤੋਂ ਬਗੈਰ ਕਦੀ ਵੀ ਜੀਵਨ ਦੇ ਅੰਦਰ ਇਹ ਬੁਰਾਈਆਂ ਤੋਂ ਮਨੁੱਖ ਛੁਟਕਾਰਾ ਨਹੀਂ ਪਾ ਸਕਦਾ। ਭਾਵੇਂ ਜਿੰਨੇ ਮਰਜੀ ਥਾਮ ਤੋਂ ਸੁਕਾਲਡ ਅੰਮ੍ਰਿਤ ਲੈ ਆਵੇ, ਚੂਲੇ ਛਕੀ ਜਾਵੇ, ਕਦੀ ਵੀ ਇਹ ਬੁਰਾਈਆਂ ਤੋਂ ਮੁਕਤ ਪ੍ਰਭੂ ਦੀ ਭਗਤੀ ਤੋਂ ਬਗੈਰ ਕੋਈ ਨਹੀਂ ਸਕਦਾ। ਇਉਂ ਇਸ ਤਰ੍ਹਾਂ ਕਹਿ ਕੇ ਰਮੀ ਕਬੀਰ ਸਾਹਿਬ ਨੇ ਉਹ ਬਨਾਰਸ ਜਿੱਥੇ ਰਹਿੰਦੇ ਸੀ ਲੋਕਾਂ ਨੇ ਧੁੰਮ ਮਚਾਈ ਹੋਈ ਸੀ। ਭਾਵੇਂ ਕੋਈ ਚੋਰ ਉਚੱਕਾ ਹੈ, ਭਾਵੇਂ ਕੋਈ ਡਾਕੂ ਤੇ ਬਦਮਾਸ਼ ਹੈ, ਜੇਕਰ ਉਹ ਬਨਾਰਸ ਜਿਸ ਨੂੰ ਕਾਂਚੀ ਸ਼ਿਵਪੂਰੀ ਕਹਿੰਦੇ ਨੇ, ਜੇ ਉੱਥੇ ਕੋਈ ਪ੍ਰਾਣ ਤਿਆਗ ਦੇਵੇ ਤੇ ਸਿੱਧਾ ਹੀ ਸਵਰਗਾਂ ਨੂੰ। ਪਰ ਜੇਕਰ ਕੋਈ ਪ੍ਰਮਾਤਮਾ ਦਾ ਭਗਤ ਹੋਵੇ, ਧਰਮੀ ਹੋਵੇ, ਬੜਾ ਕੁਰਬਾਨੀ ਵਾਲਾ ਹੋਵੇ, ਜੇ ਉਹ ਹਡੰਬੇ ਜਿਹਨੂੰ ਮਗਹਰ ਜਿੱਥੇ ਗੌਤਮ ਬੁੱਧ ਦਾ ਜਨਮ ਹੋਇਆ ਸੀ, ਜੇ ਉੱਥੇ ਕੋਈ ਮਰ ਜਾਵੇ ਤੇ ਸਿੱਧੇ ਖੋਤੇ ਦੀ ਜੂਨ ਪੈਂਦਾ ਹੈ। ਧੁੰਮ ਮਚਾਈ ਸੀ ਪੰਡਤਾਂ ਨੇ, ਪੁਜਾਰੀਆਂ ਨੇ ਧੁੰਮ ਮਚਾਈ ਸੀ। ਇਹ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬੰਚਿਆ ਜਾਈ। ਜੇ ਮਨੁੱਖ ਮਨ ਦਾ ਕਠੋਰ ਹੈ, ਗਲਤ ਕੰਮ ਕਰਦਾ ਹੈ, ਹੱਕ ਮਾਰਦਾ ਹੈ, ਚੋਰੀ ਡਾਕੇ ਮਾਰਦਾ ਤੇ ਬਨਾਰਸ ਮਰ ਜਾਵੇ, ਅੰਮ੍ਰਿਤਸਰ ਪ੍ਰਾਣ ਤਿਆਗ ਦੇਵੇ। ਉਹ ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬੰਚਿਆ ਜਾਈ। ਨਰਕਾਂ ਤੋਂ ਬਚਿਆ ਹੀ ਨਹੀਂ ਸਕਦਾ। ਉਸਦੇ ਮਨ ਦੀ ਅਵਸਥਾ ਨਰਕਾਂ ਜੈਸੀ ਹੀ ਰਹੇਗੀ। ਹਰ ਕਾ ਦਾਸ ਮਰੇ ਹੜੰਬੈ, ਪਰ ਜਿਹੜਾ ਰੱਬ ਦੇ ਰਸਤੇ ਤੇ ਚੱਲਦਾ ਹੈ, ਧਰਮੀ ਮਨੁੱਖ ਹੈ, ਬੇਸ਼ੱਕ ਉਹ ਮਗਹਰ ਜਿਸ ਨੂੰ ਹੜੰਬਾ ਕਿਹਾ, ਗੁਰਖ ਨਾਥ ਦੇ ਜਿਹੜਾ ਕੋਲ ਗੁਰਪੁਰ ਦੇ ਕੋਲ ਹੈ, ਜੇ ਉੱਥੇ ਪ੍ਰਾਣ ਤਿਆਗ ਦੇਵੇ। ਉਹ ਹਰ ਕਾ ਦਾਸ ਮਰੇ ਹੜੰਬੈ,
ਤਾਂ ਸਗਲੀ ਸੈਨ ਤਰਾਈ, ਆਪਣੇ ਨਾਲ ਦਿਆਂ ਨੂੰ ਵੀ ਤਾਰ ਲਵੇਗਾ। ਇਸ ਕਰਕੇ ਕਬੀਰ ਸਾਹਿਬ ਨੇ ਇਹ ਵਚਨ ਕਹਿ ਕੇ ਬਨਾਰਸ ਤੋਂ ਉਹ ਹੜੰਬੇ ਆ ਗਏ ਸੀ ਅਖੀਰਲੀ ਉਮਰ ਦੇ ਅੰਦਰ। ਤੇ ਲੋਕ ਕਹਿੰਦੇ ਇਹ ਕਬੀਰ ਨੇ ਕੀ ਕੀਤਾ, ਸਗਲ ਜਨਮ ਸ਼ਿਵਪੁਰੀ ਗੁਆਇਆ, ਮਰਤੀ ਵਾਰ ਮਗ ਹਰ ਉਠਿਆ ਆਇਆ। ਸਾਰਾ ਜਨਮ ਤੇ ਬਨਾਰਸ ਸ਼ਿਵਪੁਰੀ ਕੰਚੀ ਦੇ ਵਿੱਚ ਬਤਾ ਲਿਆ, ਪਰ ਜਦੋਂ ਮਰਨ ਦਾ ਵਕਤ ਆਇਆ, ਮਰਤੀ ਵਾਰ ਮਗ ਹਰ ਉਠਿਆ ਆਇਆ, ਹੜੰਬੇ ਆ ਗਿਆ ਉੱਠ ਕੇ। ਲੋਕਾਂ ਦੇ ਅੰਦਰ ਜੋ ਵਹਿਮ ਬਸਿਆ ਸੀ, ਇਸ ਤਰ੍ਹਾਂ ਦੇ ਥਾਂ ਤੇ ਪ੍ਰਾਣ ਤਿਆਗੀਏ ਗਤੀ ਹੋ ਜਾਂਦੀ ਹੈ, ਮੁਕਤੀ ਹੋ ਜਾਂਦੀ ਹੈ। ਕਬੀਰ ਸਾਹਿਬ ਮਹਾਰਾਜ ਜੀ ਨੇ ਸਾਰੇ ਉਹ ਭਰਮ ਤੋੜ ਦਿੱਤੇ। ਇਉਂ ਕਹਿ ਰਮੇ ਕਬੀਰ, ਇਉਂ ਕਹਿ ਕੇ ਹੜੰਬੇ ਆ ਗਏ ਸੀ, ਮਗਹਰ ਆ ਗਏ ਸੀ ਕਬੀਰ ਸਾਹਿਬ। ਉਹਨਾਂ ਨੂੰ ਪਤਾ ਸੀ ਜੋ ਮਨ ਦੀ ਅਵਸਥਾ ਹੈ ਉਹ ਤੇ ਮਨ ਦੀ ਅਵਸਥਾ ਹੀ ਹੈ, ਭਾਵੇਂ ਮਨੁੱਖ ਕਿਤੇ ਵੀ ਚਲੇ ਜਾਵੇ। ਉਹ ਤੋ ਸਤਿਗੁਰੂ ਪਾਤਸ਼ਾਹ ਜੀ ਪਾਵਨ ਪੌੜੀ ਦੇ ਅੰਦਰ ਇਹ ਵਿਚਾਰ ਦੱਸਦੇ ਨੇ, ਕਰਮ ਧਰਮ ਤੇ ਅਸੀਂ ਤਾਂ ਕਰਨੇ ਅੰਦਰ ਵਸਿਆ ਰੱਬ ਖੁਸ਼ ਹੋ ਜਾਵੇ। ਪਰ ਜੇ ਰੱਬ ਨੂੰ ਚੰਗੇ ਨਾ ਕਰਮ ਤੇ ਧਰਮ ਚੰਗੇ ਨਾ ਲੱਗਣ, ਫੇਰ ਕੀ ਕਰਕੇ ਕਰਾਂਗੇ ਅਸੀਂ? ਉਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ 6ਵੀਂ ਪੌੜੀ ਦੇ ਅੰਦਰ ਕੇ ਇੱਕ ਪੰਕਤੀ ਦੇ ਅੱਖਰੀ ਅਰਥ ਤੇ ਕੁਝ ਵਿਚਾਰ ਦਾਸਰਾ ਆਪ ਜੀ ਦੇ ਨਾਲ ਸਾਂਝੀ ਕਰੇ। ਇੱਕ ਵਾਰੀ ਸਾਰੇ ਸਾਵਧਾਨ ਇਕਾਗਰ ਚੀਤ ਹੋ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੀਰਥ ਨਾਵਾਂ, ਇਹਨੂੰ ਨਾਵਾਂ ਨਹੀਂ ਪੜਨਾ, ਨਾਵਾਂ ਇਸ਼ਨਾਨ ਕਰਾਂ। ਤੀਰਥ ਨਾਵਾਂ ਜੇ ਤਿਸ ਭਾਵਾਂ, ਮੈਂ ਤੀਰਥਾਂ ਤੇ ਜਾ ਕੇ ਇਸ਼ਨਾਨ ਤਾਂ ਕਰਾਂ ਜੇ ਰੱਬ ਜੀ ਨੂੰ ਚੰਗਾ ਲੱਗੇ। ਵਿਣ ਭਾਣੇ ਕੇ ਨਹਾਏ ਕਰੀ, ਜੇ ਰੱਬ ਜੀ ਨੂੰ ਚੰਗਾ ਨਹੀਂ ਲੱਗਾ, ਉਸ ਦੀ ਮਰਜ਼ੀ ਤੋਂ ਉਲਟ ਬਿਨ ਭਾਣੇ ਕੇ ਨਹਾਏ ਕਰੀ, ਮੈਂ ਨਹਾ ਕੇ ਕਰਾਂਗਾ ਕੀ ਜੇ ਰੱਬ ਨੂੰ ਹੀ ਚੰਗਾ ਨਾ ਲੱਗੇ। ਮਕਸਦ ਤਾਂ ਧਰਮ ਦੇ ਕਰਮ ਕਰਨ ਦੇ ਇਹ ਹਨ, ਸਾਡੇ ਅੰਦਰ ਬੈਠਾ ਪ੍ਰਭੂ ਜਿਹੜਾ ਹੈ ਉਹ ਪ੍ਰਸੰਨ ਹੋ ਜਾਵੇ। ਮਕਸਦ ਕੋਈ ਧਰਮ ਦੇ ਕਰਮ ਦਾ ਹੋਣਾ ਚਾਹੀਦਾ ਹੈ। ਬਿਨਾਂ ਹੀ ਮਕਸਦ ਤੋਂ ਕੋਈ ਧਰਮ ਦੇ ਕਰਮ ਕਰੀ ਜਾਵੇ ਸਾਰੇ ਦੇ ਸਾਰੇ ਬੇਅਰਥ ਹੋ ਜਾਂਦੇ ਨੇ। ਬਿਨਾਂ ਹੀ ਸਮਝਿਆ ਕਰੀ ਜਾਈਏ। ਗੁਰਦੁਆਰਾ ਸਾਹਿਬ ਬਣਾਉਣੇ, ਧਰਮਸਾਲ ਦੀ ਰਚਨਾ ਕਰਾਉਣੀ, ਇਹ ਇੱਕ ਧਰਮ ਦਾ ਕਰਮ ਹੈ। ਪਰ ਮਕਸਦ ਕੀ ਹੈ ਗੁਰਦੁਆਰਾ ਬਣਾਉਣ ਦਾ? ਮਕਸਦ ਤੇ ਇਹ ਹੋਣਾ ਚਾਹੀਦਾ ਹੈ ਗੁਰਦੁਆਰਾ ਬਣਾਉਣ ਦਾ, ਇੱਥੇ ਗੁਰਮਤਿ ਦਾ ਪ੍ਰਚਾਰ ਹੋਵੇ, ਸਿੱਖੀ ਦਾ ਪ੍ਰਚਾਰ ਹੋਵੇ, ਗੁਰਬਾਣੀ ਦੇ ਤੱਤ ਦੀ ਗੱਲ ਇੱਥੇ ਕੀਤੀ ਜਾਵੇ, ਸਿੱਖੀ ਦੇ ਬੂਟੇ ਇੱਥੇ ਪ੍ਰਫੁੱਲਤ ਹੋ ਜਾਣ, ਸਿੱਖੀ ਦਾ ਬੀਜ ਦਾ ਇੱਥੇ ਛੱਟਾ ਦਿੱਤਾ ਜਾਵੇ। ਮਕਸਦ ਤੇ ਇਹ ਹੁੰਦਾ ਨਾ ਗੁਰਦੁਆਰਿਆਂ ਦਾ। ਪਰ ਜੇਕਰ ਗੁਰਦੁਆਰੇ ਹੀ ਹੰਕਾਰ ਦੇ ਅੱਡੇ ਬਣ ਜਾਣ, ਜੇ ਗੁਰਦੁਆਰੇ ਹੀ ਲੜਾਈ ਝਗੜਿਆਂ ਦੇ ਕਾਰਨ ਬਣ ਜਾਣ, ਜੇ ਗੁਰਦੁਆਰੇ ਪੂਜਾ ਦੇ ਅਸਥਾਨ ਬਣ ਜਾਣ, ਤੇ ਫਿਰ ਕੀ ਗੁਰਦੁਆਰੇ ਦਾ ਮਕਸਦ ਕੀ ਰਹਿ ਗਿਆ ਬਣਾਉਣ ਦਾ? ਗੁਰਦੁਆਰੇ ਕੋਈ ਪੂਜਾ ਦੇ ਅਸਥਾਨ ਨਹੀਂ ਹਨ, ਅਸੀਂ ਬਣਾ ਰਹੇ ਹਨ। ਗੁਰਦੁਆਰੇ ਤੇ ਗੁਰਮਤਿ ਦੇ ਪ੍ਰਚਾਰ ਦੇ ਕੇਂਦਰ ਹਨ ਜੋ ਅਸੀਂ ਨਹੀਂ ਬਣਾਉਂਦੇ। ਅਸੀਂ ਸੋਚਦੇ ਇੱਥੇ ਆਏ, ਮੱਥਾ ਟੇਕਿਆ, ਕੁਝ ਅਸੀਂ ਇੱਥੇ ਰਸਦ ਪਾਣੀ ਚੜਾਇਆ, ਸਭ ਠੀਕ ਹੋ ਗਿਆ, ਬਸ। ਇਹ ਮਕਸਦ ਨਹੀਂ ਹੈ। ਮਕਸਦ ਸਾਡਾ ਇਹ ਹੈ ਇੱਥੇ ਸਾਨੂੰ ਸਿੱਖੀ ਦੀ ਸਿੱਖਿਆ ਮਿਲੇ, ਇੱਥੇ ਗੁਰਬਾਣੀ ਦੀ ਵਿਚਾਰ ਮਿਲੇ, ਇੱਥੇ ਸਿੱਖੀ ਦੇ ਬੂਟੇ ਪ੍ਰਫੁੱਲਤ ਹੋਣ,
ਇੱਥੇ ਸਿੱਖੀ ਦੇ ਬੀਜ ਦਾ ਛੱਟਾ ਦਿੱਤਾ ਜਾਵੇ। ਮਕਸਦ ਤੇ ਇਹ ਸੀ, ਪਰ ਮਕਸਦ ਤੋਂ ਬਗੈਰ ਹੀ ਸਮਝੀਆਂ ਅਸੀਂ ਕਰੀ ਜਾਈਏ ਧਰਮ ਦੇ ਕਰਮ ਤੇ ਕੋਈ ਇਸ ਦਾ ਫਾਇਦਾ ਨਹੀਂ ਹੁੰਦਾ। ਮੁਹੰਮਦ ਇਕਬਾਲ ਇੱਕ ਥਾਂ ਤੇ ਲਿਖਦਾ है, मस्जिद तो बना दी शब भर में इमाम की इबादत वालों ने, मन अपना पुराना पापी था बरसों में नवाजी बन न सका। अकवाल उपदेशक बन तो गया सब मोह लेता है बातों से। इकबाल कहता है मस्जिद तो बना दी एक पल दे विच असी, पर जिस मन नूं असी मस्जिद अनुसार बनाउणा सी वो पापी मन साडा उस अनुसार नहीं बनिया। असी उपदेश ते कर लिया है पर उपदेश नूं जीवन का हिस्सा ना बनाया। ते मुहम्मद इकबाल कहता मस्जिद बनाउण दा फिर की मकसद की होया, फायदा की होया। गल ये कि साडे ते ढुकदी है, गुरुद्वारे ते असी मन अपने पवित्र बनाउणे सी, पर जेकर इत्थों ही असी हंकार ले लिया फिर साडा जीवन का सारा मकसद जिहड़ा व्यर्थ चला गया। इसे करके साहिब कहते तीर्थ नावा जे तिस भावा, तीर्थ ते इशनान तां करां जाके मैं दरबार साहिब दे सरोवर दे अंदर, तां इशनान करां मैं जे तिस भावा, जे उस रब नूं चंगा लग जावे बिन भाणे के नाई करी। बिना सोचिया ते इशनान करके मैं करांगा की। इस करके सतगुरु पातशाह जी दे ये बचन ने, नहावन चले तीर्थी मन खोटे तन चोर, एक भाव लखी नहातियां दोए भा चढ़िए सहोर। बाहर धोती तुमड़ी अंदर बिस नकोर, साध भले अणनातियां चोर से चोरा चोर। जिन्हां ने जीवन नूं साध लिया बाणी दे नाल ते बेशक ना भी जाके इशनान करन तां भी ठीक ही है। साध भले अणनातियां तीर्थां ते इशनान करन तो बाद तो बगैर ही गुरमुख चंगे हैं, चोर से चोरा चोर। पर जेड़े हक मारदे हैं, चोरी करदे हैं, गलत करदे, वो इशनान करी भी जान जाके बेशक कुछ जीवन के अंदर नहीं बनता। अगली पंक्ति के अंदर साहिब आखदे ने, जेती सिरठ उपाई वेखा विण कर्मा के मिले लई। सिरठ का भाव है सृष्टि, ये संसार। सतगुरु कहते असी जिन्नी भी ये सृष्टि परमात्मा की पैदा की हुई देखते हाँ। सृष्टि के अंदर जिन्ने भी लोग असी जो परमात्मा की राही मां बाप की राही संसार दे विच आए उन्हां सारियां नूं देखते हाँ। जेती सिरठ उपाई वेखा बिन कर्मा के मिले नहीं। कर्म, कर्म का भाव एक है बख्शिश, प्रभु की मेहर। प्रभु की बख्शिश तो बगैर कोई भी कुछ ले नहीं सकता। बिन कर्मा किछ पाइए ना ही, जे बहुत तेरा धाव है। बेशक जिन्ने मर्जी अपने चलाकी दे नाल, अपनी सियाणप दे नाल मनुख बड़ा कुछ करे, बिन कर्मा किछ पाइए नाही। रब की बख्शिश तो बगैर कभी सचियार अवस्था बन ही नहीं सकती। जे बहुत तेरा धाव है, जिन्नी मर्जी कोशिश कर लीए, कर्म मिले ता पाइए आप ना लिया जाए। रब दी कर्म फजल बख्शिश होवे, कर्म मिले ता पाइए, ता सचियार अवस्था मिल जाती है, आप न लिया जाए।
अपनी सियाणप दे नाल ये सचियार अवस्था नहीं मिलती। आपन लिया जे मिले सबको भागट होए, कर्मा ऊपर निबड़े जे लोचे सब कोई। आपन लिया जे मिले बिछड़ क्यों रोवन, साधु संग प्राप्ते नानक रंग मानन। जे अपने आप बख्शिश हुंदी होवे, जे अपने आप ही सचियार अवस्था मिलती होवे ते फिर सारे कुछ कोई लै लेंदे। आपन लिया जे मिले बिछड़ क्यों रवन, वो बिछड़ के दुखी क्यों हुंदे हो। तो कर्मा बख्शिश दे नाल ही ये अवस्था मिलती है। हुण दूसरा नुकता बड़े ध्यान दे नाल ते संजीदगी दे नाल सरवण करना। बिन कर्मा किछ पाइए नाही, बख्शिश तो बगैर कुछ नहीं हुंदा। ते बख्शिश दे पात्र बनन वास्ते मनुख नूं उद्यम करना पैंदा है। ये ना समझना कि रब ने ते लिखिया ही ऐसा कहते वैसा ही होना है, ये गलत है। मनुख ने सतसंगत दे विच आउणा है, पाठ कीर्तन सरवण करन दा उद्यम करना है, खंडे की पौहल छकण दा उद्यम करना, तां इस उत्ते परमात्मा दी बख्शिश होवेगी। थाल दे विच जेकर भोजन पाया होवे ते अपने आप ते मूँह दे विच पैना नहीं हो, वो भोजन छकना पवेगा। हथ दिते ही रब ने इस करके कहना, यही ते परमात्मा की बख्शिश है। तो बख्शिश के पात्र सानू बनना पवेगा। एक थान ते इस प्रति सतगुरु जी ने बड़ी कीमती वचन कहे ने, हुक्म चलाए अपना करमी वहे कलाम। कलाम का भाव है कलम, उस परमात्मा का जो निज़म है। हुक्म चलाए अपना, परमात्मा का हुक्म सारियां दे उत्ते चलदा है। दूसरी गल, करमी वहे कलाम, मनुख दे काम देख के उसकी कलम चलती है। जिहो जिहा मनुख करता है वैसी कलम परमात्मा की चलती है। समझण की कोशिश करनी। क्लास दे विच विद्यार्थी पढ़ते हैं ते उन्हां दे विचों एक नलायक विद्यार्थी है। टीचर उसनूं कोई बहुता मान इज्जत नहीं दिंदा, नलायक है। पर उसने मेहनत की, ट्यूशन रख लई ते वो होशियार हो गया क्लास दे अंदर। हुण उसे स्टूडेंट नूं, उसे विद्यार्थी नूं अध्यापक ने क्लास का मॉनीटर बना दिता। विद्यार्थी भी वही है, टीचर भी वही है, क्लास भी वही है। पर जदों बच्चे ने मेहनत की ते अध्यापक का नजरिया बदल गया। हुण अध्यापक उसनूं मान दिंदा है, उसने मेहनत की है। इसी तरह इस संसार के अंदर परमात्मा भी साडे उत्ते उसी तरह का हुक्म करदा जिस तरह का साडा कर्म ते उद्यम होवे। उसी तरह ही परमात्मा साडे उत्ते कर्म करदा, बख्शिश करदा है। असी आलसी होइए, संगत विच ना आइए ते परमात्मा की बख्शिश कदी नहीं होवेगी। भाई साहब भाई गुरदास जी ने एक उदाहरण दी इस उत्ते। कहंदे मींह पैंदा होवे ना ते बबीहा चातक, जिस तरह ग्रंथां दे विच लिखिया है, मींह पैंदा होवे ते बबीहे नूं उस पैंदे मींह दे विचों एक बूंद सवंती मिल जावे ते बबीहे दी 6 महीने तक प्यास मिट जाती है, वो तृप्त रहता। एक ग्रंथ कहते हैं। भाई गुरदास जी ने वो उदाहरण लेके किया, बरखत मेघ जल चातक तृप्त पिए मोन गहे
बरख बतीते बिल लात है। हुण बरखा पै रही है, भाई गुरदास जी कहते हैं बरखत मेघ जल, मेघ का भाव है बदल, बदला तो बरखा हो रही है। चातरक तृप्त पिए, जे चातरक बबीहा ਉਹ बर ਦੇ ਮੀਂਹ ਦੇ ਵਿੱਚ ਆ ਜਾਵੇ ਤੇ ਉਥੋਂ ਸਵੰਤੀ ਬੂੰਦ ਉਸ ਨੂੰ ਮਿਲ ਜਾਂਦੀ ਤੇ ਉਹ ਤ੍ਰਿਪਤ ਹੋ ਜਾਂਦਾ ਹੈ। ਪਰ ਮੋਨ ਕਹੇ ਬਰਖ ਬਤੀਤੇ ਬਿਲ ਲਾਤ ਹੈ। ਅਗਲੀ ਅੱਧੀ ਪੰਕਤੀ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਹਨ ਪਰ ਬਬੀਹਾ ਆਪਣੇ ਆਂਗਣੇ ਦੇ ਵਿੱਚ ਹੀ ਬੈਠਾ ਰਵੇ, ਬਰਖਾ ਪੈਂਦੀ ਹੋਵੇ, ਆਲਣੇ ਵਿੱਚੋਂ ਬਾਹਰ ਹੀ ਨਾ ਆਵੇ, ਬਰਖ ਬਤੀਤੇ ਬਰਖਾ ਪੈ ਕੇ ਬੰਦ ਹੋ ਜਾਵੇ ਤੇ ਫਿਰ ਆਵੇ ਬਾਹਰ, ਉਹ ਆਪਣੇ ਆਲਣੇ ਦੇ ਵਿੱਚੋਂ ਬਿਲ ਲਾਤ ਹੈ। ਫਿਰ ਤੇ ਬਿਲਕਣਾ ਹੀ ਉਸਦੇ ਪੱਲੇ ਪਵੇਗਾ, ਸਵੰਤੀ ਬੂੰਦ ਨਹੀਂ ਮਿਲੇਗੀ। ਬਰਖਾ ਪੈਂਦੀ ਹੋਵੇ ਤਾਂ ਆਵੇ ਬਾਹਰ, ਫਿਰ ਸਵੰਤੀ ਬੂੰਦ ਮਿਲਦੀ ਹੈ। बरखा पै रही होवे आलस करके अंदर ही बैठा रवे, स्वंती बूंद नहीं मिलती। इसे तरह मनुखा जन्म दे अंदर ओ परमात्मा दे नाम दी ते लुट पई हुई है। कबीर लूटना है तो लूट ले, राम नाम है लूट, पर मनुख आलसी बनिया होवे, ਅੰਮ੍ਰਿਤ ਵੇਲੇ ਦੀ ਸੰਭਾਲ ਨਾ ਕਰਦਾ ਹੋਵੇ, ਬਾਣੀ ਨਾ ਪੜਦਾ ਹੋਵੇ, ਨਾ ਸੁਣਦਾ ਹੋਵੇ, ਸੰਗਤ ਦੇ ਵਿੱਚ ਨਾ ਆਉਂਦਾ ਹੋਵੇ। ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਫਿਰ ਪਾਛੇ ਪਛਤਾਉਂਗੇ, ਪ੍ਰਾਣ ਜਾਏਂਗੇ ਛੂਟ। ਜਦੋਂ ਪ੍ਰਾਣ ਹੀ ਨਿਕਲ ਗਏ, ਅਖੀਰਲੀ ਉਮਰ ਹੋ ਗਈ, ਲੁੱਟਿਆ ਨਹੀਂ ਨਾਮ, ਤੇ ਫਿਰ ਜੀਵਨ ਦੇ ਅੰਦਰ ਪਛਤਾਵਾ ਹੀ ਪਛਤਾਵਾ ਰਹਿ ਜਾਂਦਾ। ਤੋ ਕਰਮ ਮਨੁੱਖ ਨੂੰ ਉਦਮ ਕਰਕੇ ਬਣਾਉਣੇ ਪੈਂਦੇ ਹਨ। ਇਸੇ ਕਰਕੇ ਗੁਰਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਉਦਮ ਕਰਨ ਦੀ ਬਾਰ-ਬਾਰ ਮਨੁੱਖ ਨੂੰ ਪ੍ਰੇਰਨਾ ਦਿੱਤੀ ਹੈ। ਜੇ ਪ੍ਰਮਾਤਮਾ ਨੇ ਸਾਡੇ ਕਰਮ ਲਿਖੇ ਹੀ ਹੁੰਦੇ ਤੇ ਫਿਰ ਗੁਰੂ ਜੀ ਨੂੰ ਉਪਦੇਸ਼ ਦੇਣ ਦੀ ਕੀ ਲੋੜ ਪੈਂਦੀ। फिर तो असी गुरु नूं कहंदे हे गुरु पातशाह परमात्मा ने तो लिखिया ही ऐसा, तो असी की करिए हुण नहीं। इसे करके गुरु ने उपदेश दिता ताकि उद्यम करके असी अपने कर्म चंगे बना लईए। साहिब आखदे ने जेती सिरठ उपाई वेखा बिन कर्मा के मेले लई। जेकर वो अपने कर्म नहीं बनाउंदे ते बिना कर्मा तो कदी भी सचियार की अवस्था मिल ही नहीं सकती। अगली पंक्ति मत विच रतन जवाहर मानक, जे एक गुर की सिख सुने। साडी मत साडी अकल दे अंदर एने एने चंगी विचार आ जावेगी जिन्ने कीमती रतन जवाहर अते मानक हीरे हुंदे हैं। साडी अकल, साडी सोच, साडी थिंकिंग, साडे थॉट्स ये बड़े पवित्र निर्मल हो जाएंगे। मत विच रतन जवाहर मानक, जे एक गुर की सिख सुनी। जेकर असी गुरु की एक एक सिक्ख्या सुन लईए ते जीवन दे अंदर बसा लईए, फिर साडे जीवन दे अंदर सत ते संतोख आ जाएगा जो हीरे मानक जैसा कीमती होवेगा। फिर साडे जीवन की अवस्था निरभौ अते निर्वैर बन जाएगी। ये निरभौ अते निर्वैर की अवस्था ही ते रतन जवाहर मानक जैसी है एक कीमती। फिर साडे जीवन के अंदर सत संतोख दया धर्म धीरज ये कितों मुल बाजार तो नहीं मिलते। रतन जवाहर मानक की ते कोई कीमत होवेगी, पर ऐसे गुण जीवन के अंदर गुरु की सिक्ख्या राही आ जावे उसकी कोई भी कीमत नहीं है। जे एक गुर की सिख सुनी, इको ही सिक्ख्या सुन लईए। भूमिया चोर ने इको ही सिक्ख्या गुरु की सुनी सी,
गुरु नानक पातशाह जी दी। गुरु नानक पातशाह जी ने एक जिमींदार सी, शाहूकारां दा सताया होया सी, करजे दे थल्ले दबिया सी, सुसैड दा ना कीती पर चोर हो गया सी भूमियां। ते गुरु नानक पातशाह जी ने आख्या चोरी छड्ड दे, चंगी नहीं, पर ये आके नहीं नहीं हुण ते गुजारा ही नहीं हुंदा। सतगुरु कहंदे ठीक है, चोरी ना छड्ड तू। साडे 3 वचन हमेशा जीवन दे अंदर पाल लेने, तेरी गति उच्ची हो जाएगी। एक ते तू सच बोलना है, नमक हरामी नहीं बनना, ते गरीब मार नहीं करनी, बस चोरी करी चल तू, कोई मनाही नहीं करी चल चोरी तू। हुण समझाउण दा देखो ढंग कैसा है। कहंदे भूमियां जो संखेप दे विच मैं आखां, कहंदे किसी शाहूकार दे राजे दे घर चोरी करन गया ते सामने पहरेदार सी खड़े। पुछया तू कौन है? हुण गुरु नानक दी गल चेते आ गई कि सच बोलना। कहंदा चोर आ मैं। वो जिहड़े पहरेदार उन्होंने सोचा कोई चोर भी अपने आप को कहता मैं चोर हाँ, जरूर राजे का खास बंदा होवेगा जो ये कह रहा है। जान दिता है अंदर सारा समान अंदर उसने बन लिया लियाउण वास्ते। पर जदों चलन लगा कहते छोटी डब्बी सी ते उसदे विच चूरन सीगा ते कहंदे एक उंगली के नाल उसका स्वाद चखिया ते विच लूण वाला सी। गुरु नानक की गल चेते आ गई, नमक हराम नहीं बनना। सारा बन्या समान उत्थे छड़ दिता, उसे तरह बाहर आ गया। हुण सवेरा होया, देखिया कोई चोर आया सी पर ऐसे ही चला गया। आसे पासे दे लोकां नूं जिन्हां ते शक सी वो इकट्ठे कर ले, उन्होंने कुटन मारनी ही लगे सी। हुण गुरु नानक की गल तीसरी भी चेते आ गई, गरीब मारनी होनी चाहिए। चला गया आ गई। राजे नूं आख्या ये दोषी नहीं, दोषी ते मैं हाँ, चोर ते मैं हाँ। राजे ने पूछा सारा कुछ तैयार करके फिर छड्ड के चला गया। गुरु नानक पातशाह जी दे तीनों ही वचन दस दिते ते वो राजा इतना इतना प्रभावित हो गया। इसनों अपने दरबार दे विच किसी ना किसी थां ते इसने कोई नौकरी दे दी सी। जे एक गुरु की सिख सुनी, जे गुरु की सिक्ख्या असी सुन लईए, साडी अकल दे विच साडी अकल जेड़ी है जवाहर माणक वर्गी उच्ची हो जाएगी। फिर सतगुरु पातशाह जी कहते हैं गुरा एक दे बुझाई। हे मेरे सतगुरु पातशाह जी, मैनू एक दी ही सोची दे दे, मैनू एक गल बुझा दे कि सबना जियां का एक दाता, सारे जीवां नूं दाता देण वाला केवल एक परमात्मा है। दद्दा दाता एक है, सबको देवनहार, देंदे तोट ना आवई, अगंत पटे भंडार गुरा। एक दे बुझाई, मैनू एक गल दी सोची दे दे, एक दी सोची दे दे। एक बूझे ता एक वस्त बूझे ता होवे पाप। जे एक गुरु दी गल असी समझ लईए ते जीवन पवित्र पाप सचियार। बिन बूझे तू सदा ना पा। जे एक गुरु दी गल ना समझी ते साडा जीवन धर्म दे कर्म कमा के भी अपवित्र रहेगा, सचियार कुड़ियार ही रहेगा। इस करके गुरा एक दे बुझाई, मैनू ये गल दी सोची दे दे, सबना जियां का एक दाता, सारे जीवां दा रिज़्क दाता परमात्मा है, सो मैं विसर ना जाई। ऐसे परमात्मा नूं मैं कदी भी अपने मन तो ना भुलावां। नानक एक करे अरदास, विसर नाही पूर्ण गुणतास। ऐसे विचार साडे जीवन का आधार बनन ताकि साडा सारियां दा ये लोक सुखीए परलोक सुहेले। नानक हर प्रभाते मेले, इसलिए दाता मरकता मिलन।
कथा करदे होइयां भुल्लां दी खिमा अंत सारे सीसां दिंदे हुए गुरु फतेह नाल सांझ बनाओ जी। वाहिगुरू जी का खालसा वाहिगुरू जी की फतेह।